ਸਤਿਕਾਰਯੋਗ ਗੁਰੂ ਰੂਪੀ ਸਾਧ ਸੰਗਤ ਜੀ, ਫਤਿਹ ਦੀ ਸਾਂਝ ਬੁਲਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸੰਗੀਤ ਤੇ ਗੁਰਮੁਖ ਸੰਗੀਤ ਦੋ ਅਲੱਗ ਅਲੱਗ ਚੀਜ਼ਾਂ। ਜਿਹੜਾ ਗੁਰਮੁਖ ਸੰਗੀਤ ਹੈ ਇਹ ਸ਼ਾਸਤਰੀ ਸੰਗੀਤ ਵੀ ਨਹੀਂ, ਇੰਡੀਅਨ ਕਲਾਸੀਕਲ ਸੰਗੀਤ ਵੀ ਨਹੀਂ। ਜਿਵੇਂ ਕਰਨਾਟਕ ਸੰਗੀਤ ਹੈ, ਰਵਿੰਦਰ ਸੰਗੀਤ ਹੈ, ਉਹਨਾਂ ਦੀ ਆਪਣੀ ਅਲੱਗ ਪਹਿਚਾਣ ਹੈ। ਇਸੇ ਤਰ੍ਹਾਂ ਹੀ ਗੁਰਮੁਖ ਸੰਗੀਤ ਦੀ ਇੱਕ ਅਲੱਗ ਪਹਿਚਾਣ ਹੈ। ਤਾਂ ਇਹ ਅਲੱਗ ਪਹਿਚਾਣ ਜਿਹੜੀ ਹੈ, ਇਹ ਅਲੱਗ ਪਹਿਚਾਣ ਬਣਾਉਣ ਦੇ ਲਈ 240 ਸਾਲ ਦਾ ਅਰਸਾ ਲੱਗਿਆ ਅਤੇ 10 ਜਾਮਿਆਂ 'ਚ ਗੁਰੂਆਂ ਨੇ ਉਹ ਪਹਿਚਾਣ ਦਿੱਤੀ। ਚਾਹੇ ਉਹ ਸੰਗੀਤ ਸਾਜ਼ ਸਨ, ਚਾਹੇ ਰਾਗ ਸਨ, ਰਾਗ ਦੇ ਨਾਲ ਰਾਗਾਂ ਦੇ ਪ੍ਰਬੰਧ, ਉਸ ਤੋਂ ਬਾਅਦ ਛੰਦ, ਇਹ ਸਾਰੀਆਂ ਐਡਾ ਵਿਸ਼ਾਲ ਜਿਹੜਾ ਸਾਗਰ ਹੈ, ਅੱਜ ਸਿੱਖ ਕੌਮ ਉਸ ਤੋਂ ਵਾਂਝੀ ਹੈ ਔਰ ਬਹੁਤ ਦੇਰ ਦੀ ਵਾਂਝੀ ਹੈ। ਇਹਦੀ ਇੱਕ ਮਿਸਾਲ ਦੇਣਾ, ਰਮੇਸ਼ ਚੰਦਰ ਦੱਤ ਹੋਏ ਨੇ, ਉਹਨਾਂ ਨੇ ਇੱਕ ਬੁੱਕ ਲਿਖੀ ਸੀ ਏਂਸ਼ੀਐਂਟ ਇੰਡੀਅਨ ਸਿਵਲਾਈਜੇਸ਼ਨ, ਅਤੇ ਉਹਦੇ 'ਚ ਕਹਿੰਦੇ ਨੇ ਕਿ ਜਿਹੜਾ ਪ੍ਰੋਫੈਸ਼ਨ ਮਿਊਜ਼ਿਕ ਦਾ ਸੀ, ਸੰਗੀਤ ਦਾ ਜਿਹੜਾ ਪ੍ਰੋਫੈਸ਼ਨ ਹੈ, ਇਹ ਲੋ ਕਾਸਟ ਬੰਦਿਆਂ ਦੇ ਨਾਲ ਹੀ ਐਸੋਸੀਏਟਡ ਸੀ। ਕੋਠੇ 'ਤੇ, ਰਾਜ ਦਰਬਾਰਾਂ ਦੇ ਵਿੱਚ ਨਾਚ ਜਾਂ ਕਵਾਲ, ਪਰ ਸੰਗੀਤ ਇਸ ਕੰਮ ਲਈ ਨਹੀਂ ਸੀ ਬਣਿਆ। ਸੰਗੀਤ ਜਿਹੜਾ ਹੈ ਉਹ ਸਾਡੇ ਅੰਦਰ ਵਿਦਮਾਨ ਹੈ। ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਪੜ੍ਹਦੇ ਹਾਂ, ਪਹਿਲੇ ਦੋ ਅੱਖਰ ਆਉਂਦੇ ਨੇ, ਇੱਕ ਓਂਕਾਰ। ਸਾਡੇ ਬਹੁਤੇ ਟੀਕਾਕਾਰਾਂ ਨੇ ਇਹਦਾ ਬੜਾ ਸਰਲ ਜਿਹਾ ਮਤਲਬ ਦੇ ਦਿੱਤਾ, ਪਰਮਾਤਮਾ ਇੱਕ ਹੈ। ਅਤੇ ਜੇ ਇਹ ਇੰਨਾ ਹੀ ਸਰਲ ਹੁੰਦਾ ਤਾਂ ਗੁਰੂ ਸਾਹਿਬ ਨੂੰ ਇਹਨੂੰ ਇੱਥੇ ਸਿੰਬੋਲਿਕ ਨਹੀਂ ਲਿਖਣਾ ਪੈਣਾ ਸੀ, ਕਿਉਂਕਿ ਇੱਥੇ ਹੀ ਹੈ ਸਿਰਫ ਜਿਹੜਾ ਇੱਕ ਹਿੰਸੇ 'ਚ ਦਿੱਤਾ ਗਿਆ, ਓਂਕਾਰ ਸਿੰਬਲ 'ਚ ਦਿੱਤਾ ਗਿਆ। ਇਹਦਾ ਜੈਂਡਰ ਵੀ ਕੋਈ ਨਹੀਂ ਓਂਕਾਰ ਦਾ, ਨਿਊਟਰਲ ਜੈਂਡਰ 'ਚ। ਇੱਕ ਹੈ ਸਰਵ ਸ਼ਕਤੀਮਾਨ ਨਿਰਾਕਾਰ ਪਰਮਾਤਮਾ, ਅਤੇ ਓਂਕਾਰ ਉਸ ਨਿਰੰਕਾਰ ਦੀ ਸਾਕਾਰ ਸ਼ਕਤੀ ਜਿਹੜੀ ਇੱਕ ਧੁਨੀ ਦੇ ਵਿੱਚ ਸਾਰੇ ਹੀ ਜੀਵਾਂ ਦੇ ਵਿੱਚ ਵਿਦਮਾਨ ਹੈ। ਅਤੇ ਜਦੋਂ ਗੁਰੂ ਸਾਹਿਬ ਕਹਿੰਦੇ ਨੇ ਕੀਤਾ ਪਸਾਓ ਏਕੋ ਕੁਵਾਓ, ਇੱਕ ਵਾਕ ਤੋਂ ਸਾਰੀ ਦੁਨੀਆ, ਸਾਰੀ ਸ੍ਰਿਸ਼ਟੀ ਦੀ ਰਚਨਾ ਹੋਈ। ਉਹਦੇ ਤੋਂ ਹੀ ਆਇਨਸਟਾਈਨ ਨੇ ਜਿਹੜੀ ਥਿਊਰੀ ਬਣਾਈ, ਬਿਗ ਬੈਂਗ ਥਿਊਰੀ, ਜਿਹਦੇ 'ਤੇ ਅੱਜ ਚਰਚਾ ਫਿਰ ਦੁਬਾਰਾ ਸ਼ੁਰੂ ਹੋਈ ਹੈ। ਇੱਥੋਂ ਸੰਗੀਤ ਦੀ ਗੱਲ ਸ਼ੁਰੂ ਹੁੰਦੀ ਹੈ, ਸਾਡੇ ਗੁਰਮੁਖ ਸੰਗੀਤ ਦੀ। ਜਿਹੜਾ ਇਲਾਹੀ ਸੰਗੀਤ ਹੈ, ਇਹਦੀ ਚਰਚਾ ਸਭ ਤੋਂ ਪਹਿਲਾਂ 580 ਜਿਹੜਾ ਸਨ ਹੈ ਪੂਰਵ ਈਸਾ, ਪਾਇਥਾਗੋਰਸ ਨੇ ਕੀਤੀ ਸੀ ਇਲਾਹੀ ਸੰਗੀਤ ਦੀ। ਫਿਰ ਸੇਂਟ ਜੌਨ ਆਫ ਕ੍ਰਾਸ, ਉਹਨੇ ਇਸ ਦੀ ਪਰਿਭਾਸ਼ਾ, ਇਹਨੂੰ ਪਰਿਭਾਸ਼ਿਤ ਕੀਤਾ। ਉਹ ਸਾਊਂਡ, ਉਸ ਆਵਾਜ਼ ਜਿਹੜੀ ਕਿ ਅਸੀਂ ਆਪਣੇ ਆਤਮਾ 'ਚ ਅਨੁਭਵ ਕਰ ਸਕੀਏ, ਉਹ ਜਿਹੜਾ ਓਂਕਾਰ ਹੈ। ਇਸ ਨੂੰ ਅਲੱਗ ਅਲੱਗ ਧਰਮਾਂ ਦੇ ਵਿੱਚ ਅਲੱਗ ਅਲੱਗ ਨਾਮ ਨਾਲ, ਕਿਉਂਕਿ ਭਾਸ਼ਾ ਜਦੋਂ ਅਲੱਗ ਹੋ ਜਾਂਦੀ ਉਹਦਾ ਨਾਮ ਬਦਲ ਜਾਂਦਾ। ਅਸੀਂ ਉਹਨੂੰ ਸ਼ਬਦ ਕਹਿ ਲੈਂਦੇ ਹਾਂ, ਨਾਦ ਕਹਿ ਲੈਂਦੇ ਹਾਂ, ਅਨਹਦ ਨਾਦ ਕਹਿ ਦਿੰਦੇ ਹਾਂ, ਸੰਸਕ੍ਰਿਤ 'ਚ ਅੰਥਾ ਸਵਰ ਕਹਿ ਦਿੰਦੇ ਹਾਂ, ਫਾਰਸੀ 'ਚ ਇਹਨੂੰ ਕਲਮਾ ਵੀ ਕਿਹਾ ਜਾਂਦਾ, ਆਵਾਜ਼ ਏ ਖੁਦਾ ਵੀ ਕਿਹਾ ਜਾਂਦਾ, ਅਤੇ ਕ੍ਰਿਸਚਨ ਥਿਓਲੋਜੀ ਦੇ ਵਿੱਚ ਇਸ ਨੂੰ ਵਰਡ ਆਫ ਗੋਡ, ਵੋਇਸ ਆਫ ਗੋਡ ਕਿਹਾ ਜਾਂਦਾ। ਪਰ ਇਹ ਜਿਹੜਾ ਸਿਧਾਂਤ ਸੀ, ਇਹ ਇੰਨਾ ਜ਼ੋਰ ਨਹੀਂ ਫੜ ਸਕਿਆ ਮਿਡੀਵਲ ਟਾਈਮ ਤੱਕ ਆਉਂਦੇ ਆਉਂਦੇ। ਤੁਸੀਂ 500 ਪੂਰਵ ਈਸਾ ਤੋਂ 580 ਪੂਰਵ ਈਸਾ ਤੋਂ ਲੈ ਕੇ 1469 'ਚ ਦੇਖ ਲਓ। ਇਹ ਗੁਰੂ ਨਾਨਕ ਦੇਵ ਜੀ ਸਨ,
ਜਿਹੜਾ ਉਹਦਾ ਫਿਰ ਇੱਕ ਇੰਗਲਿਸ਼ 'ਚ ਕੋਟੇਸ਼ਨ ਹੈ ਕਿ ਹੀ ਰਿਡੀਮਡ ਦੀ ਮਿਊਜ਼ਿਕ ਫਰੋਮ ਦੀ ਡੈਨ ਆਫ ਵਾਈਸਿਸ ਐਂਡ ਗੇਵ ਇਟ ਏ ਆਨਰਡ ਪਲੇਸ ਇਨ ਦੀ 6 ਸ਼ਰਾਈਨਸ। ਔਰ ਇਹ ਕਰਾਮਾਤ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਜਿਹੜਾ ਬਾਬਾ ਮਰਦਾਨੇ ਨੂੰ ਮਨਾਉਣਾ, ਇਹ 2 ਸਰੋਤਾਂ 'ਚ ਸਾਖੀ ਆਉਂਦੀ ਹੈ। ਸਿੱਖਾਂ ਦੀ ਭਗਤ ਮਾਲ ਭਾਈ ਮਨੀ ਸਿੰਘ ਅਤੇ ਮਹਿਮਾ ਪ੍ਰਕਾਸ਼, ਕਿ ਗੁਰੂ ਨਾਨਕ ਦੇਵ ਜੀ ਨੂੰ ਉਸ ਦੇ ਹੁਨਰ ਦਾ ਪਤਾ, ਅਤੇ ਜਿਸ ਕੋਲ ਹੁਨਰ ਹੋਵੇ ਉਸ ਨੂੰ ਮਨਾਉਣਾ ਪੈਂਦਾ ਅਤੇ ਉਸ ਨੂੰ ਉਜਾਗਰ ਕਰਨਾ ਪੈਂਦਾ। ਟੇਲੈਂਟ ਵਿਦਾਊਟ ਅਪਰਚੁਨਿਟੀ ਇਜ਼ ਯੂਜ਼ਲੈਸ। ਅਤੇ ਗੁਰੂ ਨਾਨਕ ਦੇਵ ਜੀ ਨੇ ਉਸ ਨੂੰ ਕਿਵੇਂ ਮਨਾਇਆ, ਉਹ ਇੱਕ ਅਲੱਗ ਸਾਖੀ ਹੈ। ਪਰ ਜਿਹੜੀ ਬਾਬਾ ਜੀ ਨੇ ਉਹ ਪ੍ਰਿੰਸੀਪਲ ਸਤਵੀਰ ਸਿੰਘ ਦੇ ਨਾਂ 'ਤੇ ਕੋਈ ਗੱਲਾਂ ਕਹੀਆਂ, ਉਹ ਕਿਤੇ ਅਵੇਲੇਬਲ ਨਹੀਂ ਸਵਾਇਆ ਇੱਕ ਸੱਤਾ ਬਲਵੰਤ ਦੇ ਵਿੱਚ, ਠੀਕ ਹੈ। ਉਹ ਸਿਰਫ ਹੈ ਕਿ ਆਪਾਂ ਪ੍ਰਭਾਵਿਤ ਕਰ ਲਓ, ਭਾਵਕ ਕਰ ਲਓ, ਲੇਕਿਨ ਇਤਿਹਾਸ ਜਿਹੜਾ ਹੁੰਦਾ ਉਹ ਕਿਸੇ ਸਰੋਤ 'ਤੇ ਬੇਸ ਲਿਖਿਆ ਜਾਂਦਾ ਹੈ। ਹੁਣ ਗੁਰੂ ਨਾਨਕ ਦੇਵ ਜੀ ਨੇ ਇਸ ਸੰਗੀਤ ਨੂੰ 19 ਰਾਗਾਂ 'ਚ ਤਾਂ ਉਹਨਾਂ ਨੇ ਵੀ ਬਾਣੀ ਗਾ ਦਿੱਤੀ। ਹੁਣ ਉਹ ਬਾਣੀ ਦਾ ਅਸਰ ਕਿਵੇਂ ਹੁੰਦਾ, ਉਹਦਾ ਜ਼ਿਕਰ ਸਾਦਕ ਅਲੀ ਖਾਂ ਕਰਦੇ ਆ ਕਾਨੂੰਨ ਮੌਸੀਕੀ 'ਚ। ਪਹਿਲਾਂ ਤਾਂ ਜਿਹੜੀ ਰਬਾਬ ਹੈ ਉਹ ਆਰਡੀਨਰੀ ਰਬਾਬ ਨਹੀਂ ਸੀ। ਉਹ ਫਿਰੰਦੇ ਦੀ ਜਿਹੜੀ ਰਬਾਬ ਹੈ ਨਾ, ਉਹ ਜਦੋਂ ਸਾਖੀ ਪੜ੍ਹੋਗੇ ਤੁਹਾਨੂੰ ਅੰਦਰੋਂ ਮਹਿਸੂਸ ਹੋਏਗਾ ਕਿ ਗੁਰੂ ਨਾਨਕ ਦੇਵ ਜੀ ਨੇ ਉਸ ਦਾ ਸਪੈਸੀਫਿਕਲੀ ਆਰਡਰ ਦਿੱਤਾ ਹੋਇਆ ਵੀ ਇਸ ਰਬਾਬ ਬਣਾਉਣੀ ਹੈ ਅਤੇ ਇੰਝ ਬਣਾਉਣੀ ਹੈ ਮੇਰੀ ਜ਼ਰੂਰਤ ਦੇ ਮੁਤਾਬਕ। ਅਤੇ ਜਿਹੜੇ ਘਰਾਂ ਦਾ ਜ਼ਿਕਰ ਆ ਰਿਹਾ ਨਾ, ਗੁਰੂ ਗ੍ਰੰਥ ਸਾਹਿਬ 'ਚ 17 ਘਰ ਨੇ, ਵੈਸੇ 21 ਨੇ, ਉਹਦਾ ਮੈਂ ਜ਼ਿਕਰ ਕਰ ਦਾਂਗਾ। ਉਹ ਉਹਦੇ ਮੁਤਾਬਕ ਕਿ ਉਹ ਮੇਰਾ ਸਾਜ਼ ਬਣਨਾ ਚਾਹੀਦਾ। ਅਤੇ ਗੁਰੂ ਨਾਨਕ ਦੇਵ ਜੀ ਮਰਦਾਨੇ ਕੋਲ ਤਾਂ ਰਬਾਬ ਸੀ, ਉਹਨੂੰ ਕਹਿੰਦੇ ਵੀ ਤੂੰ ਇੱਕ ਨਵੀਂ ਰਬਾਬ ਲੈ। ਅਤੇ ਉਹ ਕਹਿੰਦੇ ਕਿੱਥੋਂ ਲਿਆਵਾਂ, ਅਤੇ ਉਹਨੂੰ ਦੱਸ ਰਹੇ ਨੇ ਵੀ ਇਹ ਪਿੰਡ 2 ਨਦੀਆਂ ਦੇ ਵਿੱਚ ਹੈ, ਉੱਥੇ ਜਾਈਂ ਅਤੇ ਬੇਬੇ ਨਾਨਕੀ ਤੋਂ ਪੈਸੇ ਲੈ ਜਾ। ਫਿਰੰਦਾ ਗੁਰੂ ਨਾਨਕ ਦੇਵ ਜੀ ਨੂੰ ਉਹਨੂੰ ਪਤਾ ਵੀ ਉਹਦਾ ਸੇਵਕ ਹੈ, ਪਰ ਉਹ ਕਹਿੰਦਾ ਮੈਨੂੰ ਪਤਾ ਵੀ ਤੂੰ ਉਹਨਾਂ ਦਾ ਸੇਵਕ, ਪਰ ਰਬਾਬ ਤੈਨੂੰ ਨਹੀਂ ਦੇਣੀ, ਜਦੋਂ ਬਾਬੇ ਨਾਨਕ ਨੂੰ ਮਿਲੇਗੀ। ਉਹ ਆਪ ਆ ਕੇ ਫਿਰ ਉਹ ਰਬਾਬ ਦਿੰਦਾ। ਅਤੇ ਸਾਦਕ ਅਲੀ ਸਾਹਿਬ ਕਹਿੰਦੇ ਨੇ ਕਿ ਜਦੋਂ ਇਹ ਰਬਾਬ ਵੱਜਦੀ ਸੀ ਅਤੇ ਉਹ 'ਚੋਂ ਧੰਨ ਨਿਰੰਕਾਰ ਦੀ ਆਵਾਜ਼ ਆਉਂਦੀ ਸੀ। ਉਹ ਧੰਨ ਨਿਰੰਕਾਰ ਦੀ ਆਵਾਜ਼ ਆਉਣ ਦਾ ਕਾਰਨ ਕੀ ਸੀ ਕਿ ਜਿਹੜੀ ਉਸ ਦੀ ਦਿਲ ਦੀ ਤਾਰ ਹੈ ਉਹ ਜੁੜੀ ਹੋਈ ਹੈ ਬਾਬੇ ਨਾਨਕ ਨੇ। ਉਹ ਸੈਲਫ ਸਰੈਂਡਰ 'ਚ ਹੈ। ਅਸੀਂ ਇਸਲਾਮ ਕਹਿੰਦੇ ਨੇ, ਇਸਲਾਮ ਅਰਬੀ ਭਾਸ਼ਾ ਦਾ ਵਰਡ ਹੈ, ਮਤਲਬ ਕਿ ਸੈਲਫ ਸਰੈਂਡਰ ਦੀ ਜ਼ਿੰਦਗੀ। ਅਤੇ ਸਾਡੀ ਵੀ ਸੈਲਫ ਸਰੈਂਡਰ ਦੀ ਜ਼ਿੰਦਗੀ ਹੈ। ਜੈਤਾ ਪ੍ਰੇਮ ਖਲਨਕਾ ਚਾਓ ਸਿਰ ਤਰ ਤਰੀ ਗਲੀ ਮੇਰੇ, ਗੁਰੂ ਆਗੇ ਸੀਜ਼ ਭੇਟ ਦਿਓ। ਉਹ ਗੁਰੂ ਨੂੰ ਸਮਰਪਿਤ ਹੈ। ਜਦੋਂ ਉਹ ਸਮਰਪਿਤ ਹੈ ਅਤੇ ਇਲਾਹੀ ਸੰਗੀਤ ਜਿਹੜਾ ਹੈ ਉਹ ਆਪਣੇ ਆਪ ਪੈਦਾ ਹੋਏਗਾ, ਅੰਦਰੋਂ ਵੀ ਅਤੇ ਬਾਹਰੋਂ ਵੀ ਅਤੇ ਸਾਰੇ ਬ੍ਰਹਿਮੰਡ 'ਚ ਵੀ। ਅਤੇ ਉਹਦਾ ਅਸਰ ਵੀ ਸੀ। ਉਹ ਅਸਰ ਖਤਮ ਕਿਵੇਂ ਹੋਇਆ, ਜਦੋਂ 1870 'ਚ ਅਲੈਗਜ਼ੈਂਡਰ ਡੇਬਨ ਪੈਰਿਸ ਦਾ, ਉਹਨੇ ਵਾਜਾ ਆਜ਼ਾਦ ਕਰਤਾ। 1901-2 'ਚ ਇੱਥੇ ਆਇਆ ਅਤੇ ਸਾਡੇ ਤੰਤੀ ਸਾਜ਼ ਗਾਇਬ ਕਰਤੇ ਗਏ। ਜਦੋਂ ਤੰਤੀ ਸਾਜ਼ ਤੁਹਾਡੇ ਗਾਇਬ ਹੋ ਗਏ, ਘਰ ਜਿਹੜਾ ਉਹ ਵੱਜਣਾ ਨਹੀਂ ਵਾਜੇ 'ਤੇ। ਚੈਲੰਜ ਹੈ ਇਸ ਚੀਜ਼ ਦਾ, ਅਗਰ ਕੋਈ ਵਜਾ ਜਾਏ ਉਹ ਉਹਦੇ 'ਤੇ ਨਹੀਂ ਵੱਜੇਗਾ। ਫਿਰ ਘਰ ਦੀ ਡੈਫੀਨੇਸ਼ਨ ਸਾਡੇ ਵਿਦਵਾਨ ਜਿਹੜੇ ਨੇ ਹਾਲੇ ਤੱਕ, ਮੈਂ ਇੱਕ ਗੁਰਮੁਖ ਸੰਗੀਤ 'ਤੇ 7 ਵਾਲੀਅਮ 'ਚ ਕਿਤਾਬ ਆਈ ਹੈ, ਲੇਕਿਨ ਉਹ ਨੋਟੇਸ਼ਨਾਂ 'ਤੇ ਕੋਈ ਚੀਜ਼ ਨਹੀਂ ਹੈ। ਗੁਰਮੁਖ ਸੰਗੀਤ ਦੀਆਂ ਧੁਨੀਆਂ ਜਿਹੜੀਆਂ ਨੇ 9, ਉਹਦੇ 'ਤੇ ਕੰਮ ਹੋਣ ਵਾਲਾ ਹੈ, ਘਰ 'ਤੇ ਕੰਮ ਹੋਣ ਵਾਲਾ ਹੈ। ਉਹ ਘਰ 'ਤੇ ਜਿਹੜਾ 150 ਸਾਲ ਪਹਿਲਾਂ ਇੱਕ ਅੰਗਰੇਜ਼ ਬੰਦਾ ਲਿਖ ਗਿਆ, ਔਰ ਘਰ ਦੇ ਸਪੈਲਿੰਗ ਵੀ ਗ੍ਰਾਮੈਟਿਕਲੀ ਐਨ ਵਿਆਕਰਨ ਦੇ ਹਿਸਾਬ ਨਾਲ ਠੀਕ ਕਰ ਰਿਹਾ। ਭਾਈ ਵੀਰ ਸਿੰਘ ਜੀ ਇਹਨੂੰ ਗ੍ਰਾਮ ਕਹਿੰਦੇ ਨੇ, 3 ਗ੍ਰਾਮ ਨੇ।
ਭਾਈ ਕਾਹਨ ਸਿੰਘ ਨਾਭਾ ਇਹਨੂੰ ਮੂਰਛਨਾਂ ਨਾਲ ਜੋੜਦੇ ਨੇ। 21 ਮੂਰਛਨਾਂ 7-7 3 ਗ੍ਰਾਮਾਂ 'ਚ, ਉਹ ਵੀ ਠੀਕ ਨੇ। ਪਰ ਉਸ ਦੇ ਨਾਲ ਇੱਕ ਹੋਰ ਹੈ ਕਿ ਗ੍ਰਹਿ ਸੁਰ ਕੀ ਹੈ। ਇਹਨੂੰ ਇਮੋਸ਼ਨਲ, ਅੰਗਰੇਜ਼ੀ 'ਚ ਜੋ ਮੈਂ ਟਰਾਂਸਲੇਟ ਕੀਤਾ, ਇਮੋਸ਼ਨਲ ਸਿਗਨੇਚਰ। ਮਨ, ਅਸੀਂ ਵੀ ਜਦੋਂ ਵੀ ਜਾਣਾ ਗੁਰਦੁਆਰੇ ਦੇ ਵਿੱਚ, ਮਨ ਸਾਡੇ ਅਸੁਰ ਨੇ, ਸੁਰ 'ਚ ਨਹੀਂ ਹੈਗੇ। ਉਸੇ ਤਰ੍ਹਾਂ ਹੀ ਕੀਰਤਨ ਕਰਨ ਵਾਲੇ ਦੇ ਵੀ ਮਨ ਕਿਤੇ ਹੋਰ ਹੈ, ਬਿਰਤੀ। ਅੱਜ ਕੱਲ੍ਹ ਮੋਬਾਈਲ 'ਤੇ ਹੈ ਕੀਰਤਨ, ਉਹਦੇ ਤੋਂ ਹੋ ਰਿਹਾ। ਜੇ ਉਹਦੀ ਬਿਰਤੀ ਨਹੀਂ ਜੁੜੀ ਤਾਂ ਸੰਗਤ ਦੀ ਕੀ ਜੁੜਨੀ ਹੈ। ਉਹ ਜਦੋਂ ਘਰ ਦੇ ਟਿਊਨ ਵੱਜਣੀ ਹੈ, ਉਹ ਸੁਰ ਮਨ ਜਿਹੜਾ ਸੁਰ 'ਚ ਹੁੰਦਾ, ਠਹਿਰਾਓ ਆਇਆ, ਫਿਰ ਕੀਰਤਨ ਅੰਦਰ ਜਾਂਦਾ। ਇਹ ਘਰ ਹੈ। ਜਿਹੜੇ ਸਾਡੇ ਕੁਛ ਵਿਦਵਾਨ ਨੇ, ਉਹਨੇ ਇਹਨਾਂ ਨੂੰ ਤਾਲ ਦੇ ਨਾਲ ਜੋੜਤਾ। ਜਿਹੜਾ ਤਾਲ ਵਾਲਾ ਘਰ ਹੈ ਉਹ ਡਿਫਰੈਂਟ ਹੈ। ਉਹ 10 ਲੱਛਣ ਨੇ ਜਿਹੜੇ ਤਾਲ ਦੇ, ਉਹਦੇ 'ਚੋਂ ਇੱਕ ਜਿਹੜਾ ਲੱਛਣ ਉਹ ਤਾਲ ਹੈ। ਅਗਰ ਇਹ ਘਰ ਤਾਲ ਨਾਲ ਜੋੜ ਦਈਏ ਤਾਂ ਫਿਰ ਪੜਤਾਲ 'ਚ ਇੱਕ ਘਰ ਲੱਗਿਆ ਹੋਣਾ ਚਾਹੀਦਾ। ਇੱਕ ਘਰ ਕਿਵੇਂ ਲੱਗ ਗਿਆ? ਫਿਰ ਕਾਫੀ ਘਰ ਲੱਗਣੇ ਚਾਹੀਦੇ ਸੀ। ਇਹ ਸਾਡੇ ਗੁਰੂਆਂ ਦੀ ਜਿਹੜੀ ਕੰਟਰੀਬਿਊਸ਼ਨ ਹੈ। ਫਿਰ ਅਸੀਂ ਇੱਕ ਕਹਿੰਦੇ ਹਾਂ ਕਿ ਗੁਰੂ ਸਾਹਿਬ ਨੇ ਸਾਰੇ ਗੁਰੂ ਗ੍ਰੰਥ ਸਾਹਿਬ 'ਚ ਰਾਗ ਰਾਗਨੀ ਨੂੰ ਡਿਫਰੈਂਸ਼ੀਏਟ ਨਹੀਂ ਕੀਤਾ। ਨਹੀਂ ਕੀਤਾ ਜੀ। ਉਹ ਵੀ ਗੁਰਮੁਖ ਸੰਗੀਤ ਦੀ ਇੱਕ ਪਰੰਪਰਾ ਹੈ। ਕਿਉਂਕਿ ਰਾਗ ਅਤੇ ਰਾਗਨੀ ਦੀ ਸਿਰਫ ਗਾਇਨ ਸ਼ੈਲੀ 'ਚ ਫਰਕ ਹੈ ਤਾਂ ਉਹ ਵੀ ਰਾਗ ਹੈ ਨਾ। ਅਤੇ ਗੁਰੂ ਸਾਹਿਬ ਉੱਥੇ ਫਿਰ ਕਿਉਂ ਉੱਥੇ ਲਿੰਗ ਪੁਲਿੰਗ ਦੀਆਂ ਗੱਲਾਂ ਕਿਉਂ ਕਰਨ? ਰਾਗ ਨੂੰ ਸਮਝੋ। ਰਾਗ ਦੇ ਵਿੱਚ ਗਾਇਆ ਤੇਜ਼ ਜਾਣਾ, ਜਿਹੜੇ ਉਹਦੇ ਟੋਨਲ ਇੰਟਰਵਲ ਨੇ ਉਹ ਸ਼ਾਰਟ ਨੇ। ਰਾਗਨੀ ਦਾ ਇਸ 'ਤੇ ਉਲਟ ਹੈ। ਹੁਣ ਅੱਗੇ ਚੱਲੀਏ। 64 ਰਾਗ, ਕੋਈ 62 ਰਾਗ ਕਹਿ ਦਿੰਦਾ। ਇਹਦੇ 'ਚ ਤਾਂ ਕੋਈ ਪ੍ਰੋਬਲਮ ਨਹੀਂ। ਇਵੇਂ ਭੱਟਾਂ ਦੇ ਵੀ ਕੋਈ ਗਿਣਤੀ ਵੱਧ ਕੋਈ ਘੱਟ ਕਰ ਲੈਂਦਾ, ਕੋਈ ਇੱਕ ਨੂੰ 2 ਗਿਣ ਲੈਂਦਾ, ਉਹ ਕੋਈ ਪ੍ਰੋਬਲਮ ਨਹੀਂ। ਪਰ ਪ੍ਰੋਬਲਮ ਇਹ ਹੈ ਕਿ ਸਾਡਾ ਜਿਹੜਾ ਇਹ ਸਿਸਟਮ ਸੀ, ਉਹਨੂੰ ਸਭ ਤੋਂ ਪਹਿਲਾਂ ਉਜਾਗਰ ਕੀਤਾ ਗਿਆ 1969 'ਚ। ਇਸ ਗੁਰਮੁਖ ਸੰਗੀਤ ਨੂੰ 1969 ਦੇ ਵਿੱਚ ਗੁਰੂ ਨਾਨਕ ਫਾਊਂਡੇਸ਼ਨ ਨੇ, ਗੁਰੂ ਨਾਨਕ ਦੇਵ ਜੀ ਦੀ ਸੈਂਟਨਰੀ ਸੀ, 6 LP ਰਿਕਾਰਡ ਆਏ ਸੀ 19 ਰਾਗਾਂ ਦੇ। ਫਿਰ 1975 'ਚ 11 ਰਾਗਾਂ 'ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਗੁਰੂ ਨਾਨਕ। ਉਸ ਤੋਂ ਬਾਅਦ ਫਿਰ ਇੱਕਦਮ ਹੀ ਗੱਲ ਬੰਦ ਰਹੀ। ਅਤੇ ਫਿਰ ਬਾਬਾ ਸੁੱਚਾ ਸਿੰਘ ਨੇ 25 ਸਾਲ ਪਹਿਲਾਂ ਜੋ ਇੱਕ ਇੱਥੇ ਬੀਜ ਬੀਜਿਆ, ਉਹ ਹੁਣ ਪ੍ਰਫੁੱਲਤ ਹੋ ਰਿਹਾ ਹੈ ਯੂਨੀਵਰਸਿਟੀਆਂ 'ਚ ਵੀ, ਸੰਸਥਾਵਾਂ 'ਚ ਵੀ। ਸੋ ਉਹ ਇੱਕ ਕਹਾਵਤ ਹੈ ਅੰਗਰੇਜ਼ੀ 'ਚ, ਦੇਰ ਇਜ਼ ਲਿਟਲ ਡਿਫਰੈਂਸ ਬਿਟਵੀਨ ਮੈਨ ਐਂਡ ਦੈਟ ਲਿਟਲ ਡਿਫਰੈਂਸ ਮੇਕਸ ਦੀ ਡਿਫਰੈਂਸ। ਇੱਕ ਇੰਨਾ ਛੋਟਾ ਜਿਹਾ ਸੀ ਡਿਫਰੈਂਸ ਹੈ ਕਿ ਇੱਕ ਮਨ 'ਚ ਖਿਆਲ ਆਵੇ, ਉਸ ਨੂੰ ਪ੍ਰਫੁੱਲਤ ਕਰ ਦਿਓ, ਉਹ ਪ੍ਰਫੁੱਲਤ ਹੈ। ਇੰਨੇ ਸਟੂਡੈਂਟਸ ਤਿਆਰ ਹੋਣੇ, ਇਹ ਕੋਈ ਛੋਟੀ ਮੋਟੀ ਗੱਲ ਨਹੀਂ। ਤੰਤੀ ਸਾਜ਼ਾਂ ਦੇ ਵਿੱਚ ਮੈਂ ਹੁਣ UK ਸੀ, ਅਤੇ ਮੈਨੂੰ ਇੱਕ ਬੰਦੇ ਨੇ ਦੱਸਿਆ, ਕਿਉਂਕਿ ਬੜੀ ਮੁਸ਼ਕਿਲ ਨਾਲ ਉੱਥੇ ਥੋੜ੍ਹੇ ਤੰਤੀ ਸਾਜ਼ ਵਜਾਣੇ ਸ਼ੁਰੂ ਕੀਤੇ ਦਰਬਾਰ ਸਾਹਿਬ। ਕਹਿੰਦਾ ਕਿ ਬਜ਼ੁਰਗ ਹੋਣਾ ਹੀ ਮਰਿਆ ਹਾਲੇ ਮਹੀਨਾ ਕੁ ਪਹਿਲਾਂ। ਉਹ ਕਹਿੰਦਾ ਸ਼ਨੋਨੂ ਕਿਟੀ ਨੂੰ ਕੀ ਇਹ ਸਿਆਪਾ ਜਿਹਾ ਪੈ ਗਿਆ, ਪਤਾ ਨਹੀਂ ਕਿੱਥੋਂ ਚੱਕ ਲੈਂਦੇ ਸਾਜ਼ ਇਹਨਾਂ ਨੇ। ਲੋਕਾਂ ਦੀ ਬਿਰਤੀ ਕਿੰਨੀ ਕੁ ਉਸ ਸਾਜ਼ਾਂ 'ਚ ਮਤਲਬ ਕਿ ਜੁੜ ਚੁੱਕੀ ਹੈ ਕਿ ਉਹਨਾਂ ਨੂੰ ਪਤਾ ਹੀ ਨਹੀਂ ਵੀ ਤੁਹਾਡੇ ਸਾਜ਼ ਕੀ ਹੈ, ਵਿਰਸਾ। ਜੇ ਬਜ਼ੁਰਗ ਨੂੰ ਨਹੀਂ ਪਤਾ ਤਾਂ ਜਿਹੜੀ ਅੱਜ ਦੀ ਜਨਰੇਸ਼ਨ ਨੂੰ ਕਿੱਥੋਂ ਪਤਾ ਲੱਗੇ। ਹੁਣ ਜੋ, ਕਿਉਂਕਿ ਮੈਂ ਟਾਈਮ ਬਹੁਤ ਸ਼ਾਰਟ ਹੈਗਾ, ਮੈਂ ਉਸ ਦੇ ਵਿੱਚ ਹੀ ਗੱਲ ਰੱਖ। ਗੁਰੂ ਗੋਬਿੰਦ ਸਿੰਘ ਜੀ 'ਤੇ ਸਾਡੇ ਬਹੁਤੇ ਗਿਆਨੀ ਤਾਂ ਇਹ ਕਹਿੰਦੇ ਨੇ ਕਿ ਜੀ ਦਸਮ ਗ੍ਰੰਥ ਜਿਹੜਾ ਗੁਰੂ ਸਾਹਿਬ ਦੀ ਰਚਨਾ ਹੀ ਨਹੀਂ। ਖਿਆਲ ਪਾਤਸ਼ਾਹੀ 10ਵੀਂ ਜਿਹੜਾ ਹੀਰ ਦਾ ਲਿਖਿਆ, ਇਹ ਸਾਡੇ ਕੋਲ ਖਰੜ ਗਿਆਨੀ ਨਵੇਂ ਪੈਦਾ ਹੋਏ ਨੇ ਵੀ ਹੀਰ ਨੇ ਤਾਂ ਕਦੀ ਪੋਇਟਰੀ ਕੋਈ ਲਿਖੀ ਹੋਵੇ, ਮੈਂ ਕਿਹਾ ਉਹੀ ਦੱਸ ਦਿਓ, ਜਾਂ ਰਾਂਝੇ ਨੇ ਕੋਈ ਲਿਖੀ ਹੋਵੇ। ਉਹਦਾ ਵੀ ਮੈਂ ਜ਼ਿਕਰ ਕਰਦਾ। ਪਰ ਗੁਰੂ ਗੋਬਿੰਦ ਸਿੰਘ ਦੀ ਵਿਸ਼ਾਲਤਾ, ਜਿਹੜੀ ਉਹਨਾਂ ਦੀ ਪੋਇਟਿਕ ਵਿਸ਼ਾਲਤਾ ਹੈ, ਸੰਗੀਤਕ ਵਿਸ਼ਾਲਤਾ ਹੈ, ਉਹ ਆਮ ਆਦਮੀ ਦੀ ਸਮਝ 'ਚ ਹੀ ਨਹੀਂ, ਅਤੇ ਨਾ ਹੀ ਹੋ ਸਕਣੀ ਹੈ। ਕਿਉਂਕਿ ਉਹ ਇੱਕ ਰੱਬੀ ਨੂਰ ਨਾਲ ਜਗਮਗ ਜੋਤ ਹੈ, ਅਤੇ ਅਸੀਂ ਹੈਗਾ ਦੁਨਿਆਵੀ ਬੰਦੇ, ਹਾਲੇ ਕਿਤਾਬੀ ਗਿਆਨ ਤੋਂ ਪ੍ਰੈਕਟੀਕਲ 'ਚ ਆਉਣਾ।
ਹੁਣ ਤੁਸੀਂ ਦਸਮ ਗ੍ਰੰਥ ਦੇ ਵਿੱਚ 20 ਰਾਗ ਲੱਗਦੇ ਨੇ, 151 ਛੰਦ ਨੇ, ਤੇ 20 ਰਾਗਾਂ ਵਿੱਚੋਂ 18 ਰਾਗ ਗੁਰੂ ਗ੍ਰੰਥ ਸਾਹਿਬ ਵਾਲੇ ਨੇ, 2 ਰਾਗ ਅਡਾਣਾ ਤੇ ਪਰਜ਼ ਇਹ ਨਵੇਂ ਨੇ। ਦੁਨੀਆ ਦੇ ਇਤਿਹਾਸ ਦੇ ਵਿੱਚ ਕੋਈ ਵੀ ਗ੍ਰੰਥ, ਕੋਈ ਕਿਤਾਬ, ਕੋਈ ਲਿਟਰੇਰੀ ਵਰਕ 151 ਛੰਦਾਂ 'ਚ ਨਹੀਂ ਲਿਖਿਆ ਗਿਆ, ਨਾ ਕੋਈ ਪੁਰਾਣ। ਵੇਦ ਤਾਂ ਹੈ ਹੀ ਸੂਤਰ ਸਟਾਈਲ 'ਚ, ਜਿਹੜੇ ਕਿ ਜਿਹਦੇ 'ਚ ਅਸੀਂ ਜਪਜੀ ਸਾਹਿਬ ਉਚਾਰੀ ਗਈ ਹੈ। 151 ਛੰਦ ਲੱਗਦੇ ਨੇ, ਸਾਨੂੰ ਉਹਨਾਂ ਦੀ ਸਮਝ ਨਹੀਂ। ਅਸੀਂ ਕਹਿੰਦੇ ਹਾਂ ਵੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਗੁਰੂ ਸਾਹਿਬ ਨੇ ਕੋਈ ਬਾਣੀ ਰਚੀ ਹੁੰਦੀ ਤਾਂ ਗੁਰੂ ਗ੍ਰੰਥ ਸਾਹਿਬ 'ਚ ਪਾ ਦਿੰਦੇ ਵੀ ਉਹਦਾ ਪ੍ਰਬੰਧ ਹੋਰ, ਉਹਦਾ ਪ੍ਰਬੰਧ ਹੋਰ, ਤੂੰ ਕਿੱਥੇ ਪਾ ਦਿੰਦੇ। ਫਿਰ ਤਾਂ ਗੁਰੂ ਅਰਜਨ ਦੇਵ ਜੀ ਨੇ ਭਾਈ ਗੁਰਦਾਸ ਨੂੰ ਵੀ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਕਹੀ ਸੀ, ਤਾਂ ਕੁੰਜੀ ਵੀ ਵਿੱਚ ਹੀ ਰੱਖ ਦੇਣੀ ਚਾਹੀਦੀ ਸੀ। ਅਸੀਂ ਸਿੱਖਾਂ ਨੂੰ ਇਹ ਜਿਹੜੀ ਸੀ ਨਾ ਇੱਕ ਨਵੀਂ ਬਿਮਾਰੀ ਛੜੀ ਹੈ ਕਿ ਅਸੀਂ ਗੁਰੂ ਦੀ ਹਰੇਕ ਕਿਰਤ 'ਤੇ ਸ਼ੱਕ ਕਰਨਾ, ਗੁਰੂ ਦੀ ਹਰੇਕ ਜਿਹੜੀ ਛੂ ਪ੍ਰਾਪਤ ਚੀਜ਼ ਹੈ ਉਹਨੂੰ ਖ਼ਤਮ ਕਰਨਾ, ਉਹਨੂੰ ਵੈਸੇ ਨਕਾਰ ਦੇਣਾ। ਸਰੋਵਰਾਂ 'ਤੇ ਅੱਜ ਕਿੰਤੂ ਪ੍ਰੰਤੂ ਹੋ ਰਹੇ ਨੇ, ਕੀਰਤਨ 'ਤੇ ਵੀ ਹੋ ਰਹੇ ਨੇ ਵੀ ਜੇ ਕੀਰਤਨ ਨਾਲ ਕਹਿੰਦਾ ਕੋਈ ਅਸਰ ਹੁੰਦਾ ਤਾਂ ਟੈਂਕ ਕਿਵੇਂ ਆ ਗਏ। ਇਹ ਨਵੀਂ ਮਤਲਬ ਕਿ ਸਾਡੀ ਪ੍ਰਵਿਰਤੀ ਹੈ। ਇਸੇ ਤਰ੍ਹਾਂ ਸਰਬਲੋਕ ਗ੍ਰੰਥ 173 ਰਾਗ ਨੇ ਅਤੇ 185 ਛੰਦ ਨੇ। ਜੇ ਇਹਨਾਂ ਦਾ ਟੋਟਲ ਲਾਇਆ ਜਾਏ ਤਾਂ 591 ਬਣਦੇ ਨੇ। ਦੁਨੀਆ ਦਾ ਅਗਰ ਕੋਈ ਵੀ ਗ੍ਰੰਥ ਇੰਨੀ ਵਿਸ਼ਾਲਤਾ ਦਿਖਾਉਂਦਾ ਹੋਵੇ, ਮੈਨੂੰ ਤਾਂ ਨਹੀਂ ਲੱਭਿਆ, ਮੇਰੇ ਲਾਇਬ੍ਰੇਰੀ 'ਚ ਵੀ ਹੈ, ਕੋਈ ਨਹੀਂ ਹੈਗਾ। ਅਤੇ ਇਸ ਦਾ ਲੋਹਾ ਜਰਮਨ ਸਕਾਲਰਸ, ਹਿੰਦੀ ਦੇ ਸਕਾਲਰਸ ਉਹ ਮੰਨਦੇ ਨੇ ਕਿ ਗੁਰੂ ਸਾਹਿਬ ਵਰਗਾ ਵਿਸ਼ਾਲ ਕਵੀ ਕੋਈ ਨਹੀਂ ਸੀ। ਇਹ 151 ਜਿਹੜੇ ਛੰਦ ਲਗਾਏ ਨੇ ਉਹਦੇ ਵਿੱਚੋਂ 104 ਜਿਹੜੇ ਨੇ ਉਹ ਪਰੰਪਰਾਗਤ ਛੰਦ ਨੇ, ਬਾਕੀ ਗੁਰੂ ਸਾਹਿਬ ਦੀ ਆਪਣੀ ਇਨਵੈਂਸ਼ਨ ਸੀ। 70 ਅਲੰਕਾਰ ਲਗਾ ਰਹੇ ਨੇ, ਇੱਕ ਛੰਦ ਦੇ ਵਿੱਚ 4-4 ਅਲੰਕਾਰ ਲਾ ਰਹੇ ਨੇ। ਅਸੀਂ ਉਸ ਦੀ ਵਿਸ਼ਾਲਤਾ ਨੂੰ ਤਾਂ ਜਾਣ ਨਹੀਂ ਸਕੇ, ਸਿਰਫ ਉਸ 'ਤੇ ਕਿੰਤੂ ਪ੍ਰੰਤੂ। ਬ੍ਰਾਹਮਣ ਦੀ ਚਾਲ ਹੈ, ਹੁਣ ਕਿਹੜਾ ਬ੍ਰਾਹਮਣ ਜਿਹੜਾ ਫਾਰਸੀ 'ਚ ਲਿਖੇਗਾ ਜੀ? ਮੈਨੂੰ ਤਾਂ ਕੋਈ ਨਹੀਂ ਮਿਲਿਆ ਅੱਜ ਤੱਕ। ਉਹਨਾਂ ਲਈ ਤਾਂ ਮਲੇਚ ਭਾਸ਼ਾ ਸੀ, ਔਰ ਬ੍ਰਾਹਮਣਾਂ ਨੇ ਇਹ 'ਚ ਇੰਟਰਪੋਲੇਸ਼ਨ ਕੀਤੀ ਹੈ। ਹੁਣ ਇਹ ਵੀ ਨਹੀਂ ਪਤਾ ਬ੍ਰਾਹਮਣ ਨੇ ਜਿਹੜੀ ਇੰਟਰਪੋਲੇਸ਼ਨਸ ਵੈਦਿਕ ਸਾਹਿਤ 'ਚ ਕੀਤੀ ਹੈ, ਪੁਰਾਣਾਂ 'ਚ ਕੀਤੀ ਹੈ, ਉਹ ਤਾਂ ਪੂਰੀਆਂ ਕਿਤਾਬਾਂ ਨੇ। ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਦਿੰਦਾ। ਰਿਗਵੇਦ ਦੇ ਵਿੱਚ ਮੈਕਸ ਮੁਲਰ ਪੁਆਇੰਟ ਆਊਟ ਕਰਦਾ, ਇੱਕ ਵਰਡ ਆਉਂਦਾ ਸੀ ਅਗਰ। ਅਗਰ ਨੂੰ ਉਹਨੇ ਬਦਲ ਕੇ ਅਗਨੀ ਕਰਤਾ। ਉਹ ਜਿਹੜੀ ਸਤੀ ਪ੍ਰਥਾ ਸੀ ਉਹਨੂੰ ਵੈਦਿਕ ਸੈਂਕਸ਼ਨ ਦਵਾ ਦਿੱਤੀ। ਇਹ ਇੰਟਰਪੋਲੇਸ਼ਨਸ ਹੈਗੀਆਂ। ਪਰ ਦਸਮ ਗ੍ਰੰਥ ਜਾਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੋਈ ਇੰਟਰਪੋਲੇਸ਼ਨ ਹੋਵੇ, ਉਹਦੀ ਗੁੰਜਾਇਸ਼ ਹੀ ਨਹੀਂ ਛੱਡੀ। ਉਹਦਾ ਜਿਹੜਾ ਸੰਪਾਦਨਾ ਦਾ ਵਿਧੀ ਐਸੀ ਹੈ ਕਿ ਉੱਥੇ ਬੰਦਾ ਕੋਈ ਕਰ ਹੀ ਨਹੀਂ ਸਕਦਾ। ਤ੍ਰਿਆ ਚਿੱਤਰ ਪਾਖਿਆਨ 'ਚ ਇੱਕ 325 ਚਿੱਤਰ ਨਹੀਂ ਸੀ, ਉੱਥੇ ਇਹਨਾਂ ਨੇ 14 ਇਹਨਾਂ ਨੂੰ ਲੱਗਿਆ ਕਿ ਛੰਦ ਦੀ ਡਿਫਰੈਂਸ ਦੇਖ ਕੇ ਉਹਨਾਂ 16 ਛੰਦ ਕੱਢਤੇ ਵਿੱਚੋਂ, ਲੇਕਿਨ ਉਹ ਮਿਲ ਗਿਆ ਕੁਛ ਜਿਹੜੇ ਹੁਣ ਗੁਰੂ ਸਾਹਿਬ ਦੀ ਹੱਥ ਲਿਖਤ ਮਿਲੀ ਹੈ, ਉਹਦੇ 44 ਛੰਦ ਨੇ। ਹੁਣ ਬਾਬਾ ਜੀ ਨੇ ਜ਼ਿਕਰ ਕੀਤਾ ਸੀ ਮਿੱਤਰ ਪਿਆਰੇ ਨੂੰ ਹਾਲ ਮੁਰੀਦਾ ਨਾ ਕਹਿਣ। ਇਹ ਖਿਆਲ ਹੈ। ਹੁਣ ਇਹ ਖਿਆਲ ਮੈਨੂੰ ਇਹ ਲੱਗਿਆ ਕਿ ਵੀ ਮੈਂ ਖਿਆਲ ਦੇ ਉੱਤੇ ਰਿਸਰਚ ਕਰਨੀ ਚਾਹੀਦੀ ਹੈ, ਕਿਉਂਕਿ ਇਹਦੇ ਉੱਤੇ ਬੜੀ ਮਜ਼ਾਕੀਆ ਜਿਹੜੇ ਕਮੈਂਟਸ ਆਏ ਕਿ ਹੀਰ ਦੀ ਲਿਖੀ ਹੋਈ ਇਹ। ਜਦੋਂ ਹੀਰ ਜੰਮੀ ਸੀ ਉਦੋਂ ਤਾਂ ਧਰੁਪਦ ਨਹੀਂ ਆਇਆ ਸੀ, ਖਿਆਲ ਕਿੱਥੇ ਆ ਗਿਆ? ਇਹ ਖਿਆਲ ਟਾਈਪ ਆਫ ਗਾਇਕੀ ਦਾ ਇਹ ਪਹਿਲਾ ਖਿਆਲ ਹੈ। ਇਹ ਹਿੰਦੁਸਤਾਨੀ ਸੰਗੀਤ ਦੇ ਹਿਸਟਰੀ ਦੇ ਵਿੱਚ ਪਹਿਲਾ ਖਿਆਲ ਹੈ। ਇਹ ਖਿਆਲ 'ਤੇ ਇਨਸਾਈਕਲੋਪੀਡੀਆ ਪੂਰਾ ਆਇਆ, ਮੈਂ ਉਸ 'ਤੇ ਬੇਸ ਕੀਤਾ ਸਾਰੀ ਆਪਣੀ ਜਿਹੜੀ ਰਿਸਰਚ ਹੈ। ਖਿਆਲ ਦੇ ਜਿਹੜੇ ਰੂਲਸ ਨੇ ਉਹ ਇਹਦੇ ਵਿੱਚ 2 ਹੀ ਪਦ ਹੋਣੇ, 2 ਪਦੇ ਹੋਣਗੇ, ਅੰਤਰਾ ਅਤੇ ਸਥਾਈ। ਅੰਤਰਾ ਅਤੇ ਸਥਾਈ ਇਹਦੇ 'ਚ ਲੱਗੇ ਹੋਏ ਨੇ, 2 ਹੀ ਪਦੇ ਨੇ।
दूसरा ਇਹਦਾ ਜਿਹੜਾ ਮੇਜਰ ਰੂਲ ਹੈ ਕਿ ਜਿਹੜਾ ਇਹਦਾ ਇੱਕ ਸੈਂਟੈਂਸ ਹੈ ਉਹ ਵਾਵਲ ਸਾਊਂਡ ਆ ਨਾਲ ਖਤਮ ਹੋਏਗਾ। ਕਹਿਣਾ ਰਹਿਣਾ ਸਹਿਣਾ ਫਿਰ ਕੇ ਹੁਣ ਇਹਦੀ ਆਈ ਕਿ ਸਭ ਤੋਂ ਪਹਿਲਾਂ ਜਿਵੇਂ ਘਰ ਦੇ ਉੱਤੇ ਡਿਫਰੈਂਸ ਹੈਗਾ, ਇਹਦੇ 'ਚ ਵੀ ਡਿਫਰੈਂਸ ਆਫ ਓਪੀਨੀਅਨ ਸੀ ਵੀ ਸਭ ਤੋਂ ਪਹਿਲਾਂ ਉਹ ਕਹਿੰਦੇ ਨੇ ਜੀ ਇਹਦਾ ਅਮੀਰ ਖੁਸਰੋ ਨੇ ਇਹਨੂੰ ਆਜ਼ਾਦ ਕੀਤਾ। ਦੂਸਰੇ ਕਹਿੰਦੇ ਨੇ ਜੀ ਇਸ ਨੂੰ ਮੁਹੰਮਦ ਸੁਲਤਾਨ ਹੁਸੈਨ ਜੌਨਪੁਰ ਵਾਲੇ ਨੇ ਆਜ਼ਾਦ ਕੀਤਾ। ਇਹ ਦੋਵੇਂ ਥਿਊਰੀਆਂ ਫੇਲ ਕਰਤੀਆਂ ਗਈਆਂ, ਨਾ ਮੰਨੀਆਂ ਗਈਆਂ। ਉਹੀ ਕਿ ਵੀ ਉਦੋਂ ਹਾਲੇ ਜਿਹੜਾ ਹੈਗਾ ਸੰਗੀਤਕ ਜਿਹੜਾ ਪ੍ਰਬੰਧ ਹੈ ਉਹੀ ਨਹੀਂ ਚੱਲੇ ਸੀ ਅਤੇ ਇਹ ਖਿਆਲ ਨਹੀਂ ਆਇਆ। ਪਹਿਲਾਂ ਕਿ ਉਹ ਕਹਿੰਦੇ ਜਿਹੜਾ ਉਹਨੇ ਚਲਾਇਆ ਨਾ ਮੁਸਲਿਮ ਪੋਇਟ ਜਿਹੜਾ ਸੀ ਅਮੀਰ ਖੁਸਰੋ, ਉਹ ਕਵਾਲੀ ਸੀ। ਅਤੇ ਆ ਸਾਡੇ ਜਿਹੜੇ ਬਹੁਤੇ ਸੰਗੀਤ ਦੇ ਮਾਹਿਰ ਨੇ ਸਿੱਖਾਂ 'ਚ ਵੀ ਉਹ ਵੀ ਕਹਿੰਦੇ ਜੀ ਖਿਆਲ ਦਾ ਮਤਲਬ ਹੈ ਕਿ ਤੁਹਾਡਾ ਇਮੈਜੀਨੇਸ਼ਨ ਜਿਹੜਾ ਕਵਾਲੀ 'ਚ ਬੰਦੇ ਦਿੰਦੇ ਨੇ। ਅਤੇ ਉਹ ਬਲਕਿ ਜਿਹੜਾ ਅਮੀਰ ਖੁਸਰੋ ਦਾ ਜਿਹੜਾ ਬਾਇਓਗ੍ਰਾਫਰ ਸ਼ਿਬਲੀ ਹੈ ਉਹ ਕਿਤੇ ਜ਼ਿਕਰ ਨਹੀਂ ਕਰਦਾ ਵੀ ਉਹਨੇ ਕੋਈ ਖਿਆਲ ਨਾਂ ਦੀ ਕੋਈ ਚੀਜ਼ ਜਾਂ ਕੋਈ ਪ੍ਰਬੰਧ ਇੰਟਰੋਡਿਊਸ ਕੀਤਾ ਹੋਵੇ। ਅਤੇ ਜਿਹੜੇ ਇਤਿਹਾਸਕਾਰ ਨੇ ਮਿਊਜ਼ਿਕ ਦੇ ਉਹ ਕਹਿੰਦੇ ਨੇ ਅਗਰ ਖੁਸਰੋ ਨੇ ਕੋਈ ਖਿਆਲ ਬਣਾਇਆ ਵੀ ਸੀ ਉਹ ਖੁਸਰੋ ਦੇ ਨਾਲ ਹੀ ਖਤਮ ਹੋ ਗਿਆ। ਅਤੇ ਜਿਹੜਾ ਦੂਸਰਾ ਰਾਈਟਰ ਕਹਿੰਦੇ ਨੇ ਮੁਹੰਮਦ ਸੁਲਤਾਨ ਹੁਸੈਨ ਜੌਨਪੁਰ ਦਾ, ਉਹ ਜਿਹੜਾ ਸੀ ਉਹ ਮੱਧਮ ਖਿਆਲ ਸੀ, ਉਹ ਵੀ ਕਵਾਲੀ ਦੇ ਬੇਸ 'ਤੇ ਸੀ। ਅਤੇ ਉਸ ਦੇ ਬਾਰੇ ਜਿਹੜੀ ਰਾਏ ਦਿੱਤੀ ਗਈ ਕਿ ਉਹ ਸਿਰਫ ਜਿਹੜਾ ਦਰਬਾਰ ਦੇ ਵਿੱਚ ਨੱਚਣ ਵਾਲੇ ਔਰਤਾਂ ਜਾਂ ਲੜਕੀਆਂ ਲਈ ਉਹ ਖਿਆਲ ਸੀ ਵੀ ਉਹਨਾਂ ਨੇ ਉਹਦੇ 'ਚ ਰਾਜੇ ਦੀ ਪ੍ਰਸ਼ੰਸਾ ਕਰਨੀ ਹੈ, ਉਹ 'ਚ ਸਪਿਰਿਚੁਅਲਿਟੀ ਕੋਈ ਨਹੀਂ ਸੀ। ਅਤੇ ਤੀਸਰੇ ਜਿਹੜੇ ਨੇ ਉਹ ਮੁਹੰਮਦ ਸ਼ਾਹ ਰੰਗੀਲਾ ਦੇ ਟਾਈਮ ਦੇ ਜਿਹੜੇ ਸੰਗੀਤਕਾਰ ਸੀ ਅਦਾ ਰੰਗ ਅਤੇ ਸਦਾ ਰੰਗ, ਉਹਨਾਂ ਨੇ ਖਿਆਲ ਨੂੰ ਜੋ ਪਹਿਲੀ ਹਿਸਟਰੀ 'ਚ ਆਉਂਦਾ ਵੀ ਉਹਨਾਂ ਨੇ ਇਹਨੂੰ ਖਿਆਲ ਨੂੰ ਪ੍ਰਪੱਕ ਕੀਤਾ। ਪਰ ਜਿਹੜੇ ਮਿਊਜ਼ਿਕ ਦੇ ਹੈਗੇ ਨੇ ਇੱਕ ਪ੍ਰਜਾਨੰਦ ਜੀ ਨੇ ਸਾਊਥ ਇੰਡੀਅਨ ਦੇ, ਇੱਕ M.R. ਗੌਤਮ ਨੇ, ਉਹ ਕਹਿੰਦੇ ਨੇ ਕਿ ਇਹ ਜਿਹੜਾ ਖਿਆਲ ਹੈ, ਹੁਣ ਅਸੀਂ ਤਾਂ ਗੁਰੂ ਗੋਬਿੰਦ ਸਿੰਘ ਨੂੰ ਉਜਾਗਰ ਨਹੀਂ ਨਾ ਕੀਤਾ, ਇਹ ਖਿਆਲ ਪਹਿਲੇ ਹੀ ਕਿਸੇ ਬਣਤਰ ਨੂੰ ਸੁਧਰਿਆ ਰੂਪ ਹੈ, ਇਹ ਖਿਆਲ ਵੀ ਓਰੀਜਨਲ ਨਹੀਂ। ਸੋ ਗੁਰੂ ਗੋਬਿੰਦ ਸਿੰਘ ਜੀ ਵਾਲਾ ਜਿਹੜਾ ਮਿੱਤਰ ਪਿਆਰਿਆਂ ਨੂੰ ਹਾਲ ਮੁਰੀਦਾਂ ਦਾ ਕਹਿਣਾ ਸ਼ਬਦ ਖਿਆਲ ਹੈ, ਉਹ ਆਪਣੇ ਆਪ ਦੇ ਵਿੱਚ ਹਿੰਦੁਸਤਾਨੀ ਸੰਗੀਤ ਦਾ ਪਹਿਲਾ ਖਿਆਲ ਹੈ। ਅਤੇ ਇਸ ਨੂੰ ਅਮਰ ਕੀਤਾ ਨਾਨਕ ਨਾਮ ਜਹਾਜ਼ ਫਿਲਮ ਦੇ ਵਿੱਚ, ਜਦੋਂ ਮੁਹੰਮਦ ਰਫੀ ਨੇ ਇਸ ਨੂੰ ਰਾਗ ਮਾਲ ਕੌਂਸਟ ਗਾਇਆ। ਫਿਰ ਇੱਥੇ ਜਵੱਦੀ 'ਚ ਸਿੰਘ ਬੰਧੂ ਬ੍ਰਦਰਜ਼ ਨੇ ਗਾਇਆ। ਸਾਨੂੰ ਸੰਗੀਤ ਦੀ ਜਿਹੜੀ ਇੱਕ ਐਸੀ ਸੰਗੀਤ ਇੱਕ ਤਾਂ ਐਸੀ ਚੀਜ਼ ਹੈ ਕਿ ਬੰਦੇ ਨੂੰ ਸਾਰੀ ਦੁਨੀਆ ਤੋਂ ਤੋੜ ਦਿੰਦੀ ਹੈ। ਵੀਰ ਚਰਨਜੀਤ ਜੀ ਨੇ ਗੱਲ ਕੀਤੀ ਸੀ ਨਾ, ਰਾਗ ਅਨੁਰਾਗ। ਹੁਣ ਨਾਮ ਤਾਂ ਮੇਰਾ ਅਨੁਰਾਗ ਸੰਸਕ੍ਰਿਤ ਲਫ਼ਜ਼ ਹੈ, ਇਹ ਦੋ ਵਰਡ ਨੇ, ਅਨੂ ਅਤੇ ਰਾਗ। ਅਨੂ ਮਤਲਬ ਹੈ ਨਿਰੰਤਰ, ਕੰਟੀਨਿਊਸ। ਰਾਗ ਜਿਹੜਾ ਹੁੰਦਾ ਇਹਨੂੰ ਕਲਰ ਵੀ ਕਿਹਾ ਜਾਂਦਾ, ਰੰਗ। ਅਤੇ ਜਿਹੜਾ ਨਿਰੰਤਰ ਪਰਮਾਤਮਾ ਦੇ ਰੰਗ 'ਚ ਰੰਗਿਆ ਹੋਵੇ ਉਹੀ ਅਨੁਰਾਗੀ ਕਿਹਾ ਜਾਂਦਾ। ਅਤੇ ਜਿਹੜੀ ਸਹਿਜ ਧੁਨ ਹੈ ਉਹ ਸਹਿਜ ਧੁਨ ਉਦੋਂ ਹੀ ਆਉਣੀ ਹੈ ਜਦੋਂ ਮਨ ਅਸੁਰ ਮਨ ਸੁਰ 'ਚ ਹੈ, ਸੰਗੀਤ ਅੰਦਰ ਜਾ ਰਿਹਾ। ਤਾਂ ਸੰਗੀਤ ਦੀ ਜਿਹੜੀ ਲਹਿਰ ਹੈ ਉਹ ਬੰਦੇ ਨੂੰ ਕਿਸੇ ਦੂਸਰੀ ਦੁਨੀਆ 'ਚ ਟਰਾਂਸਪੋਰਟ ਕਰਦੀ ਹੈ, ਉਹ ਬੰਦੇ ਦਾ ਜੀਵਨ ਬਦਲਦੀ ਹੈ। ਅਤੇ ਇਹ ਜਿਹੜੀ ਪਰੰਪਰਾ ਅੱਜ ਤੋਂ 25 ਸਾਲ ਪਹਿਲਾਂ ਇੱਥੋਂ ਚੱਲੀ, ਪਰਮਾਤਮਾ ਅੱਗੇ ਅਰਦਾਸ ਹੈ ਕਿ ਇਹ ਅੱਗੇ ਨਿਰੰਤਰ ਚੱਲਦੀ ਰਹੇ। ਜਿਨ੍ਹਾਂ ਨੇ ਇਸ ਤੋਂ ਲਾਹਾ ਲੈਣਾ ਉਹਨਾਂ ਨੇ ਲੈ ਹੀ ਲੈਣਾ। ਅਤੇ ਇਹ ਜਿਹੜੇ ਖੋਜ ਦੇ ਕੁਝ ਵਿਸ਼ੇ ਨੇ
ਬੰਦਿਸ਼ਾਂ ਦੀ ਵੀ ਗੱਲ ਹੋਈ ਹੈ ਕਿ 15,000 ਬੰਦਿਸ਼ਾਂ ਨੇ। ਇਹ ਵਿਸ਼ੇ ਨੇ ਜਿਹੜੇ ਅਣਛੂਤੇ ਖਸੇ ਨੇ। ਘਰ ਜਿਹੜਾ ਹੈਗਾ ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਤੋਂ ਬਾਅਦ ਖਤਮ ਹੋ ਗਈ। ਇਹ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜੇ ਕਹੋ ਨਾ ਇੰਡੀਅਨ ਕਲਾਸੀਕਲ ਮਿਊਜ਼ਿਕ ਨੂੰ ਪ੍ਰਜ਼ਰਵ ਕੀਤਾ ਹੈ ਅਤੇ ਗੁਰਮੁਖ ਸੰਗੀਤ ਦਾ ਹਿੱਸਾ, ਲੇਕਿਨ ਹੁਣ ਕਲਾਸੀਕਲ ਸੰਗੀਤ ਦਾ ਹਿੱਸਾ ਨਹੀਂ ਰਿਹਾ। ਤਾਮਿਲ 'ਚ ਇਹਨੂੰ ਇਡੀਪੂ ਕਹਿੰਦੇ ਨੇ। ਫਸਟ ਨੋਟ ਕਿ ਉਹ ਵਜਾ ਕੇ ਤੇ ਬੰਦੇ ਨੂੰ ਸੁਰ ਕਰ ਦੇਣਾ। ਵਿਸ਼ਾ ਬਹੁਤ ਲੰਬਾ ਹੈ ਅਤੇ ਮੈਂ ਮਾफ़ੀ ਚਾਹਾਂਗਾ ਕਿ ਇਸ ਤੋਂ ਵੱਧ ਕਦੀ ਹੋਏ ਤਾਂ ਆਪਾਂ ਤੁਹਾਡੇ ਨਾਲ ਬੈਠ ਕੇ ਅਲੱਗ ਜ਼ਰੂਰ ਗੱਲ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ